तो साध संगत जी, अगला शब्द जिहड़ा है वो गुरबाणी चों गुरबाणी की इंटरप्रिटेशन बारे है और ये शब्द भेजिया डॉक्टर सुरिंदर सिंह जी US तो। शब्द की तुक है, मरने की चिंता नहीं, जीवन की नहीं आस। तो मैं बेनती कर रहा वीर MP सिंह जी तो कृपा करके ये जो तुक है, मरने की चिंता नहीं, जीवन की नहीं आस, ये जिथों तक ली गई है, कृपा करके संखेप तौर पर उस शब्द का भी सानू भाव समझाने की कृपालता करो जी। MP सिंह जी। वाहिगुरु जी का खालसा, वाहिगुरू जी की वाहिगुरु जी की फतेह। फतेह। तो शब्द स्क्रीन पे आपके सामने डिस्प्ले कराया गया है। शब्द की जो राहो की पंक्ति है, जियरे राम जपत मन मान, अंतर लागी जल बुझी, पाया गुरमुख ज्ञान। ये जो शब्द का मुख भाव है, मुख स्नेहा है। तो उसे दी व्याख्या ਦੇ ਵਿੱਚ ਬਾਕੀ ਦੇ ਪਦੇ ਵੀ ਜਿਹੜੇ ਹਨ ਗੱਲ ਕਰਦੇ ਹਨ। ਸੋ ਗੁਰੂ ਸਾਹਿਬ ਨੇ ਰਾਹ ਦੇ ਬੰਦ ਦੇ ਵਿੱਚ ਜੀਵ ਨੂੰ ਸੰਬੋਧਨ ਕਰਕੇ ਜੀ ਰੇ, ਇਹ ਸੰਬੋਧਨ ਹੈ ਜੀ ਨੂੰ, ਜੀ ਰੇ ਅਰਥ ਇਸ ਤਰ੍ਹਾਂ ਹੀ ਹੋਣਗੇ, ਜੀ ਰੇ, ਰੇ ਸੰਬੋਧਨ ਹੈ, हे ਮੇਰੇ ਜੀ ਮੇਰੀ ਜਿੰਦੇ, राम जपत मन मान। ऐसा कोशिश कर, ऐसा उद्यम कर कि परमात्मा का नाम सिमरदियां सिमरदियां मन मन जाए। ਹੁਣ ਮਨ ਮੰਨ ਜਾਣ ਤੋਂ ਭਾਵ ਕੀ ਹੈ? ਇਹ ਤਾਂ ਅਸੀਂ ਸਾਰੇ ਜਾਣਦੇ ਹੀ ਸਮਝਦੇ ਹੀ ਹਾਂ ਕਿ ਭਈ ਸਾਡੇ ਜੀਵਨ ਦੇ ਵਿੱਚ ਕੋਈ ਵੀ ਅਸੀਂ ਐਕਸ਼ਨ ਲੈਣਾ ਹੋਵੇ ਤੇ ਪਹਿਲਾ ਫੁਰਨਾ ਵਿਚਾਰ ਮਨ ਦੇ ਵਿੱਚ ਉੱਠਦਾ ਹੈ ਤੇ ਉਹਦੇ ਬਾਰੇ ਡਿਸੀਜਨ ਕਰ ਲਵੇ, ਮਨ ਮੰਨ ਜਾਂਦਾ ਹੈ ਤੇ ਫਿਰ ਅਸੀਂ ਐਕਸ਼ਨ ਲੈ ਲੈਂਦੇ ਹਾਂ। ਨਹੀਂ ਤਾਂ ਕਈ ਵਾਰੀ ਜਦੋਂ ਸਾਡੇ ਮਨ ਦੇ ਵਿੱਚ ਵਿਚਾਰ ਆਪਾ ਵਿਰੋਧੀ ਵੀ ਉੱਠ ਜਾਂਦੇ ਹਨ, ਅਸੀਂ ਦੁਬਿਧਾ ਦੇ ਵਿੱਚ ਹੁੰਦੇ ਹਾਂ, ਉਧੇੜਬੁਣ ਜਿਹਨੂੰ ਕਹਿੰਦੇ ਹਨ ਕਿ ਬੰਦਾ ਸੋਚਦਾ ਰਹਿੰਦਾ ਹੈ, ਇੱਕੋ ਹੀ ਸਿਚੁਏਸ਼ਨ ਦੇ ਵਾਸਤੇ ਦੋ ਆਪਸ਼ਨ ਉਹਦੇ ਸਾਹਮਣੇ ਆ ਜਾਂਦੀਆਂ ਨੇ। ਕਦੀ ਉਹਦੇ ਦਿਮਾਗ ਵਿੱਚ ਇੱਕ ਆਪਸ਼ਨ ਦੇ ਵਾਸਤੇ ਪ੍ਰੈਫਰੈਂਸ ਆ ਜਾਂਦੀ ਹੈ, ਕਦੀ ਦੂਜੇ ਵਾਸਤੇ ਪ੍ਰੈਫਰੈਂਸ ਆ ਜਾਂਦੀ ਹੈ ਤੇ ਉਹ ਉਧੇੜਬੁਣ ਦੇ ਵਿੱਚ ਬੰਦਾ ਇਨਡਿਸਾਈਸਿਵ ਹੋ ਜਾਂਦਾ ਹੈ ਤੇ ਕੁਝ ਐਕਸ਼ਨ ਨਹੀਂ ਲੈਂਦਾ, ਕੁਝ ਨਹੀਂ ਹੁੰਦਾ ਉਹਦਾ ਰਿਜ਼ਲਟ। ਪਰ ਜਦੋਂ ਇੱਕ ਪਾਸੇ ਮਨ ਮੰਨ ਜਾਂਦਾ ਹੈ ਤਾਂ ਫਿਰ ਬੰਦਾ ਐਕਸ਼ਨ ਲੈ ਲੈਂਦਾ ਹੈ ਔਰ ਕੰਮ ਹੋ ਵੀ ਜਾਂਦਾ ਹੈ। तो राम जपत के वास्ते भी मन ਨੂੰ ਮਨਾਉਣਾ ਜ਼ਰੂਰੀ ਹੈ। ਆਖਰੀ ਤੌਰਾਂ ਦੇ ਉੱਤੇ ਸਿਰਫ ਇੰਟੈਲੈਕਚੁਅਲ ਲੈਵਲ ਦੇ ਉੱਤੇ, ਅਕਲ ਦੇ ਲੈਵਲ ਦੇ ਉੱਤੇ ਅਸੀਂ ਐਗਰੀ ਕਰ ਵੀ ਸਕਦੇ ਹਾਂ ਵੀ ਹਾਂ ਰਾਮ ਦਾ ਨਾਮ ਜਪਣਾ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਪਰ ਕੀ ਸਿਰਫ ਇੰਨੇ ਗੱਲ ਨੂੰ ਮੰਨ ਲੈਣ ਦੇ ਨਾਲ ਨਾਮ ਜਪਣਾ ਜੋ ਹੈ ਉਹ ਪ੍ਰੈਕਟੀਕਲੀ ਹੋ ਜਾਂਦਾ ਹੈ? ਇਹ ਇੱਕ ਥੋੜੀ ਡਿਫਰੈਂਟ ਜੀ ਗੱਲ ਹੈ ਔਰ ਇਹ ਅਸੀਂ ਸਾਰੇ ਰਿਅਲਾਈਜ਼ ਕਰਦੇ ਹਾਂ ਜਿਨ੍ਹਾਂ ਨੇ ਵੀ ਇਸ ਵਿਸ਼ੇ ਦੇ ਬਾਰੇ ਆਪਣੇ ਮਨ ਦੇ ਵਿੱਚ ਸੋਚ ਵਿਚਾਰ ਕੀਤੀ ਹੈ। ਉਹ ਜਾਣਦੇ ਹਨ ਕਿ ਭਈ ਸਿਰਫ ਦਿਮਾਗੀ ਤੌਰ ਦੇ ਉੱਤੇ ਕਿਸੇ ਗੱਲ ਨੂੰ ਮੰਨ ਲੈਣਾ ਤੇ ਉਹਨੂੰ ਇੰਪਲੀਮੈਂਟ ਕਰ ਲੈਣ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਤਾਂ ਮਨ ਨੂੰ ਬਿਨਾਂ ਕਿਸੇ ਸ਼ੰਕੇ ਤੇ ਮਨਾ ਲੈਣਾ, ਪੂਰਨ ਦ੍ਰਿੜਤਾ ਦੇ ਨਾਲ ਕਿਸੇ ਚੀਜ਼ ਵਿਚਾਰ ਨੂੰ ਐਕਸੈਪਟ ਕਰ ਲੈਣਾ, ਇਹ ਬਹੁਤ ਜ਼ਰੂਰੀ ਹੈ। ਤਾਂ ਹੀ ਮਨ ਦੇ ਨਾਮ ਦੇ ਵਿੱਚ, ਜਪਨ ਦੇ ਵਿੱਚ ਗਿੱਜ ਜਾਏਗਾ, ਕਨਵਿੰਸ ਹੋ ਜਾਏਗਾ ਤੇ ਫੁੱਲੀ ਇਨਵੋਲਵ ਹੋਏਗਾ। ਨਹੀਂ ਤਾਂ ਜਿਵੇਂ ਆਮ ਸਾਡੇ ਸੁਣਨ ਵਿੱਚ ਆਉਂਦਾ ਹੈ, ਜਿਹੜੇ ਬੰਦੇ ਵੀ ਅਸੀਂ ਸਾਰੇ ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ, ਤੇ ਇਹ ਕੋਈ ਅਨਹੋਣੀ ਗੱਲ ਨਹੀਂ ਹੈ। ਬਹੁਤਿਆਂ ਕੋਲੋਂ ਸੁਣਨ ਨੂੰ ਮਿਲਦਾ ਹੈ ਕਿ ਜੀ ਪਾਠ ਕਰਦਿਆਂ ਨਾਲ ਮਨ ਭਟਕ ਜਾਂਦਾ ਹੈ, ਜ਼ਬਾਨ ਤਾਂ ਪਾਠ ਕਰ ਰਹੀ ਹੁੰਦੀ ਹੈ, ਧਿਆਨ ਕਿਤੇ ਹੋਰ ਚਲੇ ਜਾਂਦਾ ਹੈ ਤੇ ਕਿਉਂਕਿ ਪਾਠ ਯਾਦ ਹੁੰਦਾ ਹੈ ਉਹ ਚੱਲੀ ਜਾਂਦਾ ਹੈ, ਪਰ ਬਾਅਦ ਵਿੱਚ ਆਪਣੇ ਆਪ ਨੂੰ ਪਤਾ ਹੁੰਦਾ ਹੈ ਕਿ ਭਈ ਅਸੀਂ ਪੜ੍ਹ ਛੱਡਿਆ ਹੈ ਪਾਠ, ਪਰ ਨਾਲ ਉਹਦੇ 'ਚ ਮਨ ਇਨਵੋਲਵ ਨਹੀਂ ਸੀਗਾ। ਤਾਂ ਗੁਰਬਾਣੀ ਦੇ ਅੰਦਰ ਮਨ ਨੂੰ ਮਨਾਉਣ ਦੀ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਗੁਰਬਾਣੀ 'ਚ ਬਹੁਤਾਤ ਸ਼ਬਦ ਐਸੇ ਹਨ ਜਿਨ੍ਹਾਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਗੱਲ ਕਰਦੇ ਹਨ। ਉਸੇ ਤਰ੍ਹਾਂ ਹੀ ਇੱਥੇ ਵੀ ਗੁਰੂ ਸਾਹਿਬ ਨੇ ਮਨ ਨੂੰ ਮਨਾਉਣ ਦੀ ਗੱਲ ਕੀਤੀ ਹੈ। ਤਾਂ ਇਹ ਜਿਹੜਾ ਬੰਦਾ ਇਸ ਮਾਰਗ ਤੇ ਤੁਰਦਾ ਹੈ, ਇਸ ਯਤਨ ਵਿੱਚ ਲੱਗਦਾ ਹੈ, ਉਸਨੂੰ ਖੁਦ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹਦਾ ਮਨ ਪੂਰਾ ਇਨਵੋਲਵਡ ਹੈ ਜਾਂ ਨਹੀਂ ਹੈ। ਤਾਂ ਇਹ ਪੰਕਤੀ ਜਿਹੜੀ ਹੈ ਉਸ ਅਵਸਥਾ ਦੇ ਵਿੱਚ ਮਨ ਨੂੰ ਢਾਲਣ ਦੀ ਹੈ ਜਿੱਥੇ ਮਨ ਮੰਨ ਜਾਵੇ ਤੇ ਜੇ ਪ੍ਰਭੂ ਦਾ ਨਾਮ ਜਪਣਾ ਹੈ ਤੇ ਜਪਦਿਆਂ ਜਪਦਿਆਂ ਉਹਦੇ ਫਿਰ ਇਹ ਐਸਾ ਕੰਮ ਹੈ ਜਿਹੜਾ ਕਰ ਕਰਕੇ ਹੀ ਇਹਦੇ ਵਿੱਚ ਤਰੱਕੀ ਹੁੰਦੀ ਹੈ।
ਇਹਦੀ ਇੱਕ ਮਿਸਾਲ ਇਉਂ ਸਮਝ ਲਵੋ ਕਿ ਵੀ ਜਿਵੇਂ ਖੂਹ ਤੋਂ ਪਾਣੀ ਭਰਨ ਦੇ ਵਾਸਤੇ ਲੋਕੀ ਜਿਹੜਾ ਡੋਲ ਪਾਉਂਦੇ ਹਨ ਤੇ ਉਹ ਰੱਸੀ ਜਿਹੜੀ ਆ ਉਹ ਪੱਥਰ ਦੇ ਉੱਤੋਂ ਦੀ ਲੰਘ ਕੇ ਜਾਂਦੀ ਹੈ, ਤੇ ਉਹ ਲਗਾਤਾਰ ਉੱਥੇ ਨੀਵੇਂ ਉੱਚੇ ਰੱਸੀ ਹੁੰਦੀ ਰਹਿੰਦੀ ਹੈ, ਤੇ ਉਹ ਪੱਥਰ ਦੇ ਉੱਤੇ ਵੀ ਹਲਕੀ ਹਲਕੀ ਲਕੀਰ ਪੈਣੀ ਸ਼ੁਰੂ ਹੋ ਜਾਂਦੀ ਹੈ। ਬਾਰ-ਬਾਰ ਦੇ ਰਗੜਨ ਦੇ ਨਾਲ ਉਹ ਪੱਥਰ ਤੇ ਵੀ ਲਕੀਰ ਪੈ ਜਾਂਦੀ ਹੈ। ਉਹ ਜਿਹੜਾ ਮਨ ਵੀ ਮਾਨੋ ਮਾਇਆ ਦੇ ਪ੍ਰਭਾਵ ਦੇ ਅਧੀਨ ਪੱਥਰ ਵਰਗਾ ਹੋਇਆ ਹੁੰਦਾ ਹੈ, ਉਹਦੇ ਉੱਤੇ ਵੀ ਯਤਨ ਕਰਨ ਦੇ ਨਾਲ ਬਾਰ-ਬਾਰ ਉਸਨੂੰ ਪ੍ਰੇਰਨ ਦੇ ਨਾਲ ਮਨ ਵੀ ਅਸਰ ਕਬੂਲ ਲੈਂਦਾ ਹੈ ਤੇ ਫਿਰ ਭਟਕਣੋਂ ਹਟ ਜਾਂਦਾ ਹੈ। ਤੋ ਇਹ ਮਨ ਨੂੰ ਮਨਾਉਣ ਦਾ ਐਫਰਟ ਕਰਨ ਦੀ ਪ੍ਰੇਰਨਾ ਹੈ। ਜੀਰੇ ਰਾਮ ਜਪਤ ਮਨ ਮਾਨ, ਤੋ ਐਸਾ ਉਦਮ ਕਰਕੇ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ ਸਿਮਰਨ ਦੇ ਵਿੱਚ ਗਿੱਝ ਜਾਏ, ਮਨ ਸਿਮਰਨ ਦੇ ਵਿੱਚ ਲੱਗ ਜਾਏ, ਮੰਨ ਜਾਏ। ਉਹਦੇ ਨਾਲ ਹੋਏਗਾ ਕਿ ਉਸ ਅਵਸਥਾ ਦੀ ਵਿਆਖਿਆ ਗੁਰੂ ਸਾਹਿਬ ਨੇ ਦੂਸਰੀ ਬਾਣੀ ਰਾਓ ਦੀ ਜਿਹੜੀ ਪੰਕਤੀ ਦੂਸਰੀ ਪੰਕਤੀ ਹੈ ਉਹਦੇ ਵਿੱਚ ਕੀਤੀ ਹੈ ਕਿ ਅੰਤਰ ਲਾਗੀ ਜਲ ਬੁਝੀ। ਜਲ ਲਫ਼ਜ਼ ਜਿਹੜਾ ਹੈ ਲੱਲੇ ਨੂੰ ਸਿਹਾਰੀ ਦੇ ਨਾਲ ਆਇਆ ਹੈ ਔਰ ਇਹ ਆਇਆ ਹੈ ਜਲਨ ਦੇ ਅਰਥ ਵਿੱਚ। ਜਲ ਵੈਸੇ ਅਸੀਂ ਪਾਣੀ ਵਾਸਤੇ ਵੀ ਇਹਦਾ ਇਸਤੇਮਾਲ ਦੇਖਦੇ ਹਾਂ, ਪਰ ਜਲਨ ਵਾਸਤੇ ਇੱਥੇ ਲਫ਼ਜ਼ ਇਸਤੇਮਾਲ ਹੋਇਆ, ਪਾਣੀ ਵਾਸਤੇ ਇਸਤੇਮਾਲ ਨਹੀਂ ਹੋਇਆ। ਜਲ ਬੁਝੀ ਭਾਵ ਜਲਨ ਬੁਝੀ, ਅੰਤਰ ਲਾਗੀ ਜਿਹੜੀ ਅੰਦਰ ਲੱਗੀ ਹੋਈ ਜਲਨ ਹੈ ਉਹ ਬੁਝ ਗਈ। ਅੰਤਰ ਲਾਗੀ ਜਲ ਬੁਝੀ, ਅੰਦਰ ਲੱਗੀ ਜਲ ਬੁਝੀ। ਹੁਣ ਅੰਦਰ ਲੱਗੀ ਕਿਹੜੀ ਕਿਹੜੀ ਅੱਗ ਲੱਗੀ ਹੋਈ ਹੈ? ਉਹ ਮਨ ਨੂੰ ਲੱਗੀ ਹੋਈ ਹੈ ਤ੍ਰਿਸ਼ਨਾ ਦੀ ਅੱਗ, ਮਾਇਆ ਦਾ ਪ੍ਰਭਾਵ। ਮਾਇਆ ਦੇ ਅਧੀਨ ਸਾਡੇ ਅੰਦਰ ਤ੍ਰਿਸ਼ਨਾ ਬਣੀ ਰਹਿੰਦੀ ਹੈ ਕਿ ਮੈਂ ਹੋਰ ਤੋਂ ਹੋਰ ਮਾਇਕ ਪਦਾਰਥਾਂ ਦੇ ਸਾਧਨ ਇਕੱਠੇ ਕਰਾਂ, ਆਪਣਾ ਜੀਵਨ ਮੈਂ ਸੁਖੀ ਬਣਾਵਾਂ। ਸਾਨੂੰ ਸਾਡਾ ਮਨ ਇਸ ਗੱਲ ਤੇ ਮੰਨਿਆ ਹੋਇਆ ਹੈ ਸੁਭਾਵਕ ਹੀ ਕਿ ਬਈ ਜੇ ਅਸੀਂ ਦੁਨਿਆਵੀ ਸਾਧਨ ਇਕੱਠੇ ਜ਼ਿਆਦਾ ਕਰਾਂਗੇ ਸਾਡਾ ਜੀਵਨ ਸੁਖਮਈ ਹੋਏਗਾ। ਇਹ ਗੱਲ ਕਿਸੇ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਪੈਂਦੀ, ਪੜ੍ਹਾਉਣ ਦੀ ਲੋੜ ਨਹੀਂ ਪੈਂਦੀ। ਨਾਮ ਜਪਣ ਦੇ ਵਾਸਤੇ ਤਾਂ ਪ੍ਰੇਰਨਾ ਕਰਨੀ ਪੈਂਦੀ ਹੈ, ਚੰਗੇ ਆਚਰਨ ਵਾਸਤੇ ਪ੍ਰੇਰਨਾ ਕਰਨੀ ਪੈਂਦੀ ਹੈ, ਪਰ ਮਾਇਕ ਪਦਾਰਥਾਂ ਦੇ ਮੋਹ ਪਾਉਣ ਵਾਸਤੇ ਕੋਈ ਪ੍ਰੇਰਨਾ ਨਹੀਂ ਕਰਨੀ ਪੈਂਦੀ। ਉਹ ਸੁਭਾਵਕ ਹੀ ਅਸੀਂ ਸਾਡਾ ਮਨ ਮੰਨ ਜਾਂਦਾ ਹੈ। ਤੋ ਇਹ ਮਨ ਜਿਹੜਾ ਮੰਨਿਆ ਪਿਆ ਹੈ ਕਿ ਭਈ ਇਹ ਮਾਇਆ ਦੇ ਨਾਲ ਸੁਖ ਮਿਲਦੇ ਨੇ, ਉਹ ਅੱਗੋਂ ਰਸਤਾ ਖੜਾ ਕਰ ਜਾਂਦੀ ਹੈ ਇਸ ਤ੍ਰਿਸ਼ਨਾ ਦੀ ਅੱਗ ਨੂੰ ਅੰਦਰ ਬਣਾਉਣ ਦਾ। ਜਿਹੜੀ ਇਹ ਅੱਗ ਬਲ ਬਣ ਜਾਂਦੀ ਹੈ ਅੰਦਰ, ਬਈ ਹੋਰ ਤੇ ਹੋਰ ਸਾਧਨ ਮੈਨੂੰ ਮਿਲਦੇ ਰਹਿਣ, ਹੋਰ ਦੌਲਤ ਇਕੱਠੀ ਹੋ ਜਾਵੇ। ਤੋ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮਨ ਮੰਨ ਜਾਵੇ ਕਿ ਨਾਮ ਜਪਣਾ ਹੈ ਤਾਂ ਇਹ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝ ਜਾਂਦੀ ਹੈ। ਤੋ ਉਸੇ ਅਵਸਥਾ ਦਾ ਵਰਣਨ ਇੱਥੇ ਕੀਤਾ ਹੈ ਕਿ ਅੰਤਰ ਲਾਗੀ ਜਲ ਬੁਝੀ। ਇਹ ਨਾਮ ਜਪਦੇ ਜਦੋਂ ਮਨ ਮੰਨ ਗਿਆ ਤਾਂ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅਗਨ ਬੁਝ ਗਈ। ਤੇ ਉਹਦੇ ਨਾਲ ਹੀ ਫਿਰ ਕੀ ਹੋਇਆ, ਦੂਜੀ ਨਿਸ਼ਾਨੀ ਹੋਰ ਕੀ ਹੋਈ ਮਨ ਮੰਨਣ ਦੀ, ਕਿ ਪਾਇਆ ਗੁਰਮੁਖ ਗਿਆਨ। ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ। ਪਰਮਾਤਮਾ ਦਾ ਗਿਆਨ ਹੋਣ ਤੋਂ ਕੀ ਭਾਵ ਹੈ ਕਿ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਪੈ ਗਈ, ਉਹਦੇ ਗੁਣਾਂ ਦੇ ਨਾਲ ਬੰਦਾ ਜੁੜ ਜਾਂਦਾ ਹੈ। ਮਨ ਦੇ ਵਿੱਚ ਪ੍ਰਭੂ ਦੇ ਗੁਣਾਂ ਦਾ ਅਹਿਸਾਸ ਕੰਟੀਨਿਊਸਲੀ ਫਿਰ ਰਹਿਣਾ ਸ਼ੁਰੂ ਹੋ ਜਾਂਦਾ ਹੈ। ਪਰਮਾਤਮਾ ਦੀ ਵਡਿਆਈਆਂ ਹੀ ਹਰ ਥਾਂ ਉਹਨੂੰ ਨਜ਼ਰ ਆਉਂਦੀਆਂ ਹਨ। ਜਿਵੇਂ ਆਸਾ ਕੀ ਵਾਰ ਦੇ ਅੰਦਰ ਵਿਸਮਾਦ ਦੀ ਜੋ ਸ਼ਲੋਕ ਹੈ ਉਹਦੇ ਅੰਦਰ ਇਸੇ ਤਰੀਕੇ ਦਾ ਵਰਣਨ ਕੀਤਾ ਗਿਆ ਹੈ ਵੀ ਜਿੱਥੇ ਕਿਧਰੇ ਵੀ ਕੋਈ ਚੀਜ਼ ਦੁਨੀਆ ਦੀ ਨਜ਼ਰ ਆਉਂਦੀ ਹੈ ਉਹਦੇ ਵਿੱਚੋਂ ਵੀ ਪਰਮਾਤਮਾ ਦੀ ਕਮਾਲ ਦੀ ਜੋ ਜਿਹੜੀ ਉਹ ਬਖਸ਼ਿਸ਼ ਹੈ ਉਹਦੇ ਦੀਦਾਰ ਹੁੰਦੇ ਹਨ ਤੇ ਬੰਦਾ ਵਿਸਮਾਦ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ, ਪਰਮਾਤਮਾ ਤੋਂ ਕੁਰਬਾਨ ਜਾਂਦਾ ਹੈ। ਤੋ ਇਹ ਗੁਰਮੁਖ ਗਿਆਨ ਤੋਂ ਭਾਵ ਇਹ ਹੈ ਕਿ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਹ ਗਿਆਨ ਦੀ ਪ੍ਰਾਪਤੀ ਤੋਂ ਭਾਵ ਹੈ ਪਰਮਾਤਮਾ ਦੀ ਵਡਿਆਈਆਂ, ਪਰਮਾਤਮਾ ਦੀ ਸਿਫਤਾਂ ਦਾ ਗਿਆਨ, ਜਿਹੜਾ ਮਨ ਦੇ ਵਿੱਚ ਟਿਕ ਜਾਵੇ, ਮਨ ਮੰਨ ਜਾਵੇ ਕਿ ਪਰਮਾਤਮਾ ਦੀ ਵਡਿਆਈਆਂ ਜਿਹੜੀਆਂ ਹਨ ਉਹ ਸਭ ਪਾਸੇ ਨਜ਼ਰ ਆਉਂਦੀਆਂ ਹਨ। ਸੋ ਇਹ ਸਾਰੇ ਰਾਹ ਦੇ ਬੰਦ ਦੇ ਅੰਦਰ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਮਨਾਉਣ ਦੀ ਪ੍ਰੇਰਨਾ ਹੈ। ਜੀਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ। ਉਹਦਾ ਅਸਰ ਇਹ ਹੋਏਗਾ ਜੇ ਮਨ ਮੰਨ ਜਾਏਗਾ ਕਿ ਅੰਦਰ ਜਿਹੜੀ ਤ੍ਰਿਸ਼ਨਾ ਦੀ ਅਗਨ ਲੱਗੀ ਹੋਈ ਹੈ ਉਹ ਬੁਝ ਜਾਏਗੀ। ਭਾਵ ਮਨ ਦੇ ਅੰਦਰ ਹੁਣ ਹੋਰ ਦੀ ਕਾਮਨਾ ਜਿਹੜੀ ਹੈ ਨਾ ਉਹ ਹੁਣ ਤੰਗ ਨਹੀਂ ਕਰੇਗੀ, ਟਿਕਾ ਆ ਜਾਏਗਾ, ਠਹਿਰਾ ਆ ਜਾਏਗਾ ਤੇ ਪਰਮਾਤਮਾ ਦੀਆਂ ਸਿਫਤਾਂ ਦਾ ਗਿਆਨ ਮਨ ਦੇ ਵਿੱਚ ਕੰਟੀਨਿਊਸਲੀ ਫਿਰ ਤੁਹਾਨੂੰ ਜਿਹੜਾ ਹੈ ਉਹ ਮਹਿਸੂਸ ਹੁੰਦਾ ਰਹੇਗਾ। ਉਸ ਅਵਸਥਾ 'ਚ ਤੁਸੀਂ ਪਹੁੰਚ ਜਾਓ। ਐਸੀ ਅਵਸਥਾ 'ਚ ਪਹੁੰਚਿਆ ਹੋਇਆ ਇਨਸਾਨ ਫਿਰ ਉਹਦੇ ਹੋਰ ਨਿਸ਼ਾਨੀਆਂ ਕੀ ਨਜ਼ਰ ਆਉਂਦੀਆਂ ਹਨ। ਉਹ ਪਹਿਲੇ ਪਦੇ 'ਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਐਸੇ ਇਨਸਾਨ ਨੂੰ ਫਿਰ ਇਹ ਗੱਲ
ਚੰਗੇ ਤਰੀਕੇ ਨਾਲ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਹੀ ਸਭ ਮਨੁੱਖਾਂ ਨੂੰ ਜੀਵਨ ਦੇਣ ਵਾਲਾ ਹੈ ਤੇ ਸਭ ਜੀਵਾਂ ਨੂੰ ਪਾਲਣ ਵਾਲਾ ਵੀ ਹੈ ਤੇ ਮਾਰਨ ਵਾਲਾ ਵੀ ਹੈ। ਜਦ ਸਭ ਕੁਝ ਪਰਮਾਤਮਾ ਦੇ ਕੰਟਰੋਲ ਵਿੱਚ ਹੈ, ਉਹਨੇ ਸਭ ਕੁਝ ਨਿਸ਼ਚਿਤ ਕੀਤਾ ਹੀ ਹੋਇਆ ਹੈ, ਤਾਂ ਫਿਰ ਇਨਸਾਨ ਪਰਮਾਤਮਾ ਦੇ ਉੱਪਰ ਪੂਰਨ ਭਰੋਸਾ ਕਰਦਿਆਂ ਹੋਇਆਂ ਫਿਰ ਮਰਨ ਦੀ ਚਿੰਤਾ ਨਹੀਂ ਕਰਦਾ, ਫਿਰ ਉਹਨੂੰ ਡਰ ਹੀ ਨਹੀਂ ਰਹਿੰਦਾ। ਉਹਨੂੰ ਪਤਾ ਹੈ ਕਿ ਜਦੋਂ ਪਰਮਾਤਮਾ ਨੇ ਮੇਰਾ ਜ਼ਿੰਦ ਕੱਢਣੀ ਹੈ, ਮੇਰਾ ਇਸ ਦੁਨੀਆ ਤੋਂ ਮੇਰਾ ਚਲਾਣਾ ਕਰਵਾ ਦੇਣਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਉਹਦੇ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ। ਤੇ ਇਸ ਲਈ ਉਹਨੂੰ ਚਿੰਤਾ ਹੀ ਨਹੀਂ ਹੁੰਦੀ, ਮਰਨਾ ਕੀ ਚਿੰਤਾ ਨਹੀਂ। ਤੇ ਜਦੋਂ ਮਰਨ ਦਾ ਸਮਾਂ ਨਿਸ਼ਚਿਤ ਹੈ ਪਰਮਾਤਮਾ ਵੱਲੋਂ, ਤੇ ਫਿਰ ਉਹਨੂੰ ਹੋਰ ਦੀ ਕਾਮਨਾ ਮਨ 'ਚ ਇਹ ਵੀ ਨਹੀਂ ਆਉਂਦੀ ਵੀ ਮੈਂ ਹੋਰ ਜਿੰਦਾ ਰਹਿ ਲਵਾਂ, ਆਪਣੀ ਉਮਰ ਲੰਬੀ ਕਰ ਲਵਾਂ। ਉਹ ਕੋਈ ਹੋਰ ਤੋੜ ਕਰਕੇ ਤੇ ਕੋਈ ਆਪਣੀ ਜ਼ਿੰਦਗੀ ਨੂੰ ਲੰਬੀਆਂ ਕਰਨ ਦੀਆਂ ਸਕੀਮਾਂ ਨਹੀਂ ਬਣਾਉਂਦਾ। ਨਹੀਂ ਤਾਂ ਆਮ ਦੁਨੀਆਦਾਰ ਦਾ ਜੋ ਅਸੀਂ ਹਾਲ ਦੇਖਦੇ ਹਾਂ, ਕੋਈ ਬੰਦਾ ਮਰਨ ਦੀ ਗੱਲ ਸੁਣ ਕੇ ਹੀ ਨਾ, ਉਹ ਕਦੀ ਚਾਹੁੰਦਾ ਹੀ ਨਹੀਂ ਹੈ ਕੋਈ ਮਰਨ ਦੀ ਗੱਲ ਵੀ ਮੇਰੇ ਸਾਹਮਣੇ ਹੋਵੇ। ਜੇ ਕਿਤੇ ਗੱਲਬਾਤ ਵਿਚਾਰ ਕਰਦੇ ਹਾਂ, ਕੋਈ ਇਹੋ ਜਿਹੀ ਜ਼ਿਕਰ ਵੀ ਆ ਜਾਵੇ, ਤਾਂ ਆਮ ਤੌਰ ਤੇ ਕਈ ਬਜ਼ੁਰਗ, ਕਈ ਮਾਤਾਵਾਂ ਨਾ ਟੋਕ ਦਿੰਦੀਆਂ, ਨਹੀਂ ਇਹ ਲਫ਼ਜ਼ ਮੂੰਹੋਂ ਨਹੀਂ ਕੱਢੀਦਾ, ਬਦਸ਼ਗਨੀ ਹੋ ਜਾਂਦੀ ਹੈ। ਮਤਲਬ ਉਹ ਮਰਨ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦੇ। ਪਰ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਜਿਹਦਾ ਮਨ ਮੰਨ ਗਿਆ ਹੁੰਦਾ ਹੈ, ਉਹਨੂੰ ਇਹ ਕਲੀਅਰ ਤੌਰ ਦੇ ਉੱਤੇ ਗੱਲ ਸਪਸ਼ਟ ਸਮਝ ਆ ਜਾਂਦੀ ਹੈ ਕਿ ਮਰਨ ਤੇ ਜੀਵਨ ਪਰਮਾਤਮਾ ਦੇ ਹੱਥ ਹੈ। ਤੇ ਇਸ ਲਈ ਨਾ ਉਹਨੂੰ ਮੌਤ ਦੀ ਚਿੰਤਾ ਹੁੰਦੀ ਹੈ, ਨਾ ਜੀਵਨ ਨੂੰ ਲੰਮਿਆਂ ਕਰਨ ਦੀ ਉਹਦੇ ਮਨ ਦੇ ਅੰਦਰ ਭਾਵਨਾ ਹੀ ਉੱਠਦੀ ਹੈ। ਉਹ ਐਸੀ ਫਜ਼ੂਲ ਦੀ ਕਾਮਨਾ ਕਰਦਾ ਵੀ ਨਹੀਂ ਹੈ ਕਿ ਮੇਰਾ ਜੀਵਨ ਹੋਰ ਲੰਬਾ ਹੋ ਜਾਵੇ। ਉਹਨੂੰ ਪਤਾ ਹੈ ਜਿੰਨਾ ਮੈਨੂੰ ਜੀਵਨ ਮਿਲਿਆ ਹੈ, ਉਹ ਮਿਲਿਆ ਹੈ, ਉਹਨੂੰ ਕੋਈ ਖੋ ਨਹੀਂ ਸਕਦਾ। ਤੇ ਜਦੋਂ ਮੇਰੀ ਮੌਤ ਦਾ ਸਮਾਂ ਨਿਸ਼ਚਿਤ ਹੈ, ਉਹਨੂੰ ਕੋਈ ਵਧਾ ਨਹੀਂ ਸਕਦਾ, ਕੋਈ ਪੋਸਟਪੋਨ ਨਹੀਂ ਕਰ ਸਕਦਾ। ਐਸੇ ਦ੍ਰਿੜ ਭਰੋਸੇ ਦੇ ਵਿੱਚ ਜੀਣ ਵਾਲਾ ਇਨਸਾਨ ਮਰਨ ਦੀ ਚਿੰਤਾ ਨਹੀਂ ਕਰਦਾ, ਲੰਮੇ ਜੀਵਨ ਦੀ ਆਸ ਨਹੀਂ ਕਰਦਾ। ਜੋ ਪ੍ਰਮਾਤਮਾ ਵੱਲੋਂ ਦਾਤ ਮਿਲੀ ਹੁੰਦੀ ਹੈ, ਉਸੇ ਦੇ ਵਿੱਚ ਹੀ ਉਹ ਰਜ਼ਾ ਦੇ ਵਿੱਚ ਰਾਜ਼ੀ ਰਹਿੰਦਾ ਹੈ। तो ਉਹਦੇ ਮਨ ਦੇ ਅੰਦਰ ਹਮੇਸ਼ਾ ਇਹੀ ਸ਼ੁਕਰਾਨੇ ਦੀ ਭਾਵਨਾ ਹੁੰਦੀ ਹੈ, ਤੂੰ ਸਰਬ ਜੀਆਂ ਪ੍ਰਤਪਾਲਹੀ ਲਿਖ ਹੈ ਸਾਸ ਵਿਰਾਸ, ਕਿ ਤੂੰ ਸਾਰੇ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਸਭ ਜੀਵਾਂ ਦਾ ਹਰੇਕ ਸਾਹ ਤੇ ਗਿਰਾ ਤੇਰੇ ਹੀ ਭਾਣੇ ਦੇ ਅੰਦਰ ਹੈ, ਤੇਰੇ ਹੀ ਕੰਟਰੋਲ ਦੇ ਅੰਦਰ ਹੈ। ਜਿਵੇਂ ਤੂੰ ਚਾਹੁੰਦਾ ਹੈ ਤਿਵੇਂ ਹੀ ਤੂੰ ਉਹਨਾਂ ਦੀ ਸੰਭਾਲ ਕਰਦਾ ਹੈ। ਤੇ ਜਦੋਂ ਤੂੰ ਕਿਸੇ ਦਾ ਸਮਾਂ ਜੋ ਨਿਸ਼ਚਿਤ ਕੀਤਾ ਹੁੰਦਾ ਹੈ, ਉਹਦੇ ਮੁਤਾਬਕ ਤੂੰ ਚਾਹੁੰਦਾ ਹੈ ਤੇ ਉਹਨੂੰ ਤੂੰ ਇਸ ਜੀਵਨ ਤੋਂ ਉਹਦੀ ਜ਼ਿੰਦਗੀ ਖਤਮ ਵੀ ਕਰ ਦਿੰਦਾ ਹੈ। तो ये सब कुछ तेरी रजा दे विच है। ऐसी रजा दा भाना मनन दा जीवन उस इंसान दा हो जाता है। अंतर गुरमुख क्यों तू वसै ज्यों पावै त्यों निर्जास। तो जिवें तेनू चंगा लगता है तिवें ही तू सब दी संभाल करता है। तो ये उम्मीद है कि भी इस विचार तो गल स्पष्ट हो जाएगी कि मरण की चिंता ना करनी, जीवन की आस ना करनी दा भावर्थ की है। तो अगर जो कोई कमी रह गई हो तो क्षमा दे जाचा जी। वाहिगुरू जी का खालसा वाहिगुरू जी। ਵਾਹਿਗੁਰੂ ਜੀ ਕੀ ਫਤਿਹ। ਤੋਂ ਧੰਨਵਾਦ ਵੀਰ ਐਮਪੀ ਸਿੰਘ ਜੀ। ਅਸਲ 'ਚ ਇਹ ਜੋ ਸਵਾਲ ਆਇਆ ਸੀ, ਜਿਹੜੀ ਦੁੱਖ ਹੈ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਇਹਦੇ 'ਚ ਕਾਫੀ ਡਾਈਵਰਸ ਵਿਊਜ਼ ਜਿਹੜੇ ਨੇ ਉਹ ਬਣਦੇ ਨੇ। ਡਾਕਟਰ ਸਾਹਿਬ ਨੇ ਇਹੀ ਗੱਲ ਖਦਸ਼ਾ ਜ਼ਾਹਰ ਕੀਤਾ ਸੀਗਾ। ਤੋਂ ਖੈਰ ਵੀਰ ਐਮਪੀ ਸਿੰਘ ਜੀ ਨੇ ਬੜੀ ਡਿਟੇਲ ਦੇ ਨਾਲ ਇਹ ਦਾ ਜਿਹੜਾ ਹੈ ਉੱਤਰ ਦਿੱਤਾ। ਮੈਂ ਆਸ ਕਰਦਾ ਡਾਕਟਰ ਸਾਹਿਬ ਕਿ ਇਹ ਜੋ ਉੱਤਰ ਹੈ ਆਪ ਜੀ ਦੀ ਤਸੱਲੀ ਹੋਈ ਹੋਏਗੀ। ਨਹੀਂ ਤੇ ਆਪਾਂ ਦੁਬਾਰਾ ਵੀ ਡਿਸਕਸ ਕਰ ਸਕਦੇ ਹਾਂ। ਮਰਨਾ ਕੀ ਚਿੰਤਾ ਨਹੀਂ, ਜਿਸ ਮਨੁੱਖ ਦਾ ਮਨ ਗੁਰਬਾਣੀ ਨਾਲ ਭਿੱਜ ਗਿਆ, ਉਹਨੂੰ ਵਾਕਈ ਕਿਸੇ ਸਿਰਫ ਮਰਨ ਦੀ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ। ਉਹਨੂੰ ਦੁਨੀਆਵੀ ਖਾਹਿਸ਼ਾਂ ਜਾਂ ਜਿਹੜੀਆਂ ਲੋੜਾਂ ਤ੍ਰਿਸ਼ਨਾਵਾਂ ਜਿਨ੍ਹਾਂ ਪਿੱਛੇ ਆਮ ਅਸੀਂ ਦੁਨੀਆਦਾਰ ਭੱਜੇ ਫਿਰਦੇ ਹਾਂ, ਜਿਸ ਮਨੁੱਖ ਨੇ ਗੁਰਬਾਣੀ ਨੂੰ ਆਪਣਾ ਜੀਵਨ ਆਧਾਰ ਬਣਾ ਲਿਆ, ਮੈਂ ਗੁਰਬਾਣੀ ਆਧਾਰ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਆਧਾਰ ਬਣਾ ਲਿਆ ਔਰ ਆਪਣਾ ਜੀਵਨ ਪ੍ਰੈਕਟੀਕਲੀ ਗੁਰਬਾਣੀ ਅਨੁਸਾਰ ਜੀਤਾ, ਉਹਨਾਂ ਨੂੰ ਤਾਂ ਕਿਸੇ ਗੱਲ ਦਾ ਫਿਕਰ ਨਹੀਂ। ਔਰ ਮਰਨਾ ਜਿਹੜਾ ਹੈਗਾ ਉਹ ਤਾਂ ਜਿਹੜੇ ਗੁਰਮੁਖ ਜਨ ਨੇ ਉਹ ਮਰਨ ਦੀ ਗੱਲ ਤਾਂ ਉਹ ਸੋਚਦੇ ਹੀ ਨਹੀਂ। ਉਹਦਾ ਕਾਰਨ ਇਹ ਹੈ ਕਿ ਮੌਤ ਜਿਹੜੀ ਹੈ ਅਟਲ ਹੈ ਔਰ ਵਾਹਿਗੁਰੂ ਜੀ ਦੇ ਆਪਣੇ ਹੁਕਮ 'ਚ ਹੈ, ਹੁਕਮ ਰਜ਼ਾਈ ਚੱਲਣਾ। ਤੋ ਉਹ ਤਾਂ ਜਿਸ ਵੇਲੇ ਮਨੁੱਖ ਦੀ ਜਿਸ ਵੇਲੇ ਵੀ ਐਂਡ ਆਫ ਦਾ ਲਾਈਫ ਹੋਣਾ, ਉਹਨੂੰ ਕੋਈ ਉਹਦਾ ਕੋਈ ਉਪਾਅ ਹੀ ਨਹੀਂ ਹੈ, ਨਾ ਕੋਈ ਬਚਾ ਸਕਦਾ। ਪਰ ਇਹਦੀ ਸਮਝ ਜਿਹੜੀ ਹੈ ਆਉਣ ਦੇ ਬਾਵਜੂਦ ਸਮਝਦਾਰ ਗੁਰਮੁਖਾਂ ਨੂੰ ਆਉਂਦੀ ਹੈ, ਜਿਹੜੇ ਕਹਿੰਦੇ ਮਰਨ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਸਾਧ ਸੰਗਤ ਜੀ, ਸਾਡਾ ਜੋ ਇਤਿਹਾਸ ਹੈ ਸਿੱਖ ਇਤਿਹਾਸ, ਇਹ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਜਿਹੜੇ ਸ਼ਹੀਦ ਸਿੰਘ ਸਾਹਿਬਾਨ ਹੋਏ ਨੇ
ਸਿਆਸੀ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਦੀ ਮਨ ਦੀ ਅਵਸਥਾ ਕਿਹੋ ਜਿਹੀ ਹੋਏਗੀ ਕਿ ਜਿਨ੍ਹਾਂ ਨੇ ਬਿਲਕੁਲ ਮੌਤ ਨੂੰ ਜੱਫੀ ਪਾਈ ਔਰ ਬਿਲਕੁਲ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਬੰਦ ਕਟਾਏ ਹੋਣਗੇ, ਜਿਹੜੇ ਦੇਗਾਂ ਚੁਬਲੇ ਹੋਣਗੇ, ਜਿਨ੍ਹਾਂ ਨੇ ਸਿਰ ਤੇ ਆਰਾ ਰੱਖਿਆ ਔਰ ਚਰਖੜੀਆਂ ਤੇ ਚੜ੍ਹ ਕੇ ਤੂੰਬਾ ਹੋ ਗਏ, ਤਾਂ ਫਿਰ ਵੀ ਪਰਵਾਹ ਨਹੀਂ ਕੀਤੀ। ਔਰ ਇਹ ਨਹੀਂ ਕਿ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਹੋਵੇਗੀ। ਇੱਕ ਸ਼ਹੀਦ ਤੋਂ ਬਾਅਦ ਕਈ ਹੋਰ ਸ਼ਹੀਦ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ। ਔਰ ਅੱਜ ਤੱਕ ਜਦ ਤੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਹੀਦੀ ਦੀ ਸ਼ਹਾਦਤ ਦੀ ਨੀਂਹ ਰੱਖੀ ਹੈ, ਅੱਜ ਤੱਕ ਸ਼ਹੀਦੀਆਂ ਦਾ ਦੌਰ ਜਿਹੜਾ ਹੈ ਉਹ ਚੱਲਦਾ ਹੀ ਆ ਰਿਹਾ, ਲਗਾਤਾਰ ਚੱਲਦਾ ਆ ਰਿਹਾ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਇਹ ਮਹਾਂਪੁਰਖ ਸ਼ਹਾਦਤ ਦਿੰਦੇ ਨੇ, ਉਹਨਾਂ ਨੂੰ ਭਲਾ ਮੌਤ ਦੀ ਕੋਈ ਚਿੰਤਾ ਹੋਏਗੀ? ਮੌਤ ਦੀ ਚਿੰਤਾ ਨਹੀਂ ਹੋਏਗੀ, ਤਾਂ ਮਰਨਾ ਕੀ ਚਿੰਤਾ ਨਹੀਂ। ਤਾਂ ਸਤਿਗੁਰੂ ਕਿਰਪਾ ਕਰਨ, ਜੋ ਬਾਣੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਸਾਡੀ ਸਮਝ ਵਿੱਚ ਆਵੇ ਤੇ ਸਾਡੇ ਜੀਵਨ ਵਿੱਚ ਆਏ ਦਿਨ ਕੋਈ ਤਰੱਕੀ ਹੋਵੇ। ਇਹ ਸਾਡੀ ਆਸ਼ਾ ਹੈ ਔਰ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ 'ਚ। ਧੰਨਵਾਦ ਵੀਰ ਜੀ ਆਪ ਜੀ ਦਾ।